ਅੱਜ ਆਲ ਇੰਡੀਆ ਆਰਥਰ ਮਿਸ਼ਨ ਰਜਿਸਟਰ ਭਾਰਤ ਵੱਲੋਂ ਅਸੀਂ ਪਿੰਡ ਦੁੱਲੜ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਪੰਜਾਬ ਦੀ ਧਰਤੀ 'ਤੇ ਆਏ ਹਾਂ, ਜਿੱਥੇ ਬਹੁਤ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਸਾਡੇ ਇਹ ਬੀਬੀ ਜੀ ਨੇ ਵੇਖੋ ਗੰਡਾਸੀ ਦੇ ਨਾਲ ਬਾਂਹ ਵੱਢ ਦਿੱਤੀ ਗਈ। ਇੱਧਰ ਸਾਡੇ ਭੈਣ ਜੀ ਬੈਠੇ ਹੈ, ਉਹਨਾਂ ਦੇ ਸੱਟਾਂ ਲੱਗੀਆਂ। ਉੱਥੇ ਇੱਕ ਸਾਡੀ ਭੈਣ ਮਾਤਾ ਜਿਹੜੀ ਕਿ ਚੱਲ ਫਿਰ ਨਹੀਂ ਸਕਦੀ, ਉਹਨਾਂ ਦੇ ਘਰੇ ਜਾ ਕੇ ਆਪਾਂ ਉਹਨਾਂ ਦਾ ਵੀ ਹਾਲ ਚਾਲ ਪੁੱਛਾਂਗੇ। ਇਸ ਦੇ ਪਿੱਛੇ ਬੈਕਗਰਾਉਂਡ ਕੀ ਹੈ ਕਿ ਲਗਭਗ 2010 ਦੇ ਵਿੱਚ 9 ਦੇ ਵਿੱਚ ਇਸ ਨਗਰ ਨਿਵਾਸੀਆਂ ਨੇ, ਜਿਨ੍ਹਾਂ ਦੇ ਵਿੱਚ ਅੱਜ ਦੇ ਪ੍ਰਧਾਨ ਜਿਹੜੇ ਹੈ ਅਮਰੀਕ ਸਿੰਘ ਜੀ, ਨਾਲ ਉਹਨਾਂ ਦਾ ਸੇਵਾ ਸਿੰਘ ਅਤੇ ਸਮੁੱਚੀ ਨਗਰ ਦੇ ਜੋ ਆਦਿ ਧਰਮੀ ਹੈ, ਆਦਿਵਾਸੀ ਹੈ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਹੱਕ ਜਿਹੜਾ ਹੈ ਉਹ ਸਾਨੂੰ ਨਹੀਂ ਮਿਲ ਰਿਹਾ। ਤੇ ਜੋ ਪੰਚਾਇਤ ਹੈ ਜਾਂ ਮੌਕੇ ਦੀਆਂ ਸਰਕਾਰਾਂ ਹੈ, ਉਹ ਸਾਡੇ ਪਿੰਡ ਦੀ ਜੋ ਸਾਡਾ ਬਣਦਾ ਹੱਕ ਹੈ, ਜੋ ਸਾਡੀ ਜ਼ਮੀਨ ਹੈ, ਉਹ ਭਾਵੇਂ ਕਿ ਬਹੁਤ ਗਿਣਤੀ ਜਿਹੜੀ ਹੈ ਉਹ ਇਸ ਪਿੰਡ ਦੇ ਵਿੱਚ ਲਗਭਗ ਜੋ ਇਹਨਾਂ ਨੂੰ ਅਨੁਸੂਚਿਤ ਜਾਤੀ ਕਿਹਾ ਜਾਂਦਾ, ਉਹ 100 ਜਾਂ 100 ਤੋਂ ਵੱਧ ਘਰ ਹੈ, ਔਰ ਜਿਨ੍ਹਾਂ ਨੇ ਇਹ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਉਹ ਸ਼ਾਇਦ 50 ਜਾਂ 60 ਘਰ ਹੈ। 50-60 ਘਰਾਂ ਦੇ ਵਿੱਚੋਂ ਕੁਝ ਘਰਾਂ ਨੇ ਇਹ ਜ਼ਮੀਨ ਜੋ ਹੈ ਇਸ ਨਗਰ ਦੀ ਉਹ 309 ਕਿੱਲਿਆਂ ਦੇ ਕਰੀਬ ਹੈ, ਜਿਸ ਦੇ ਉੱਤੇ ਅਵੈਧ ਕਬਜ਼ਾ ਕੀਤਾ ਹੋਇਆ ਸੀ। ਇਕੱਲੇ ਨਗਰ ਨੂੰ ਹੀ ਨਹੀਂ, ਜੋ ਸਰਕਾਰ ਨੂੰ, ਜੋ ਪੰਚਾਇਤ ਦੇ ਰਾਹੀਂ ਸਰਕਾਰ ਨੂੰ ਇਸ ਦਾ ਮਾਲੀਆ ਜਾਣਾ ਸੀ, ਜੋ ਬੋਲੀ ਤੇ ਪੈਸੇ ਜਾਣੇ ਸਨ, ਉਹ ਵੀ ਨਹੀਂ ਜਾ ਰਹੇ, ਜਿਸ ਨੂੰ ਕਿ ਇਹ ਨੌਜਵਾਨਾਂ ਵੱਲੋਂ, ਇਹ ਪਿੰਡ ਦੀ ਪੰਚਾਇਤ ਵੱਲੋਂ ਜਾਂ ਕਹਿ ਲਓ ਪਿੰਡ ਦੇ ਰਸੂਖਦਾਰਾਂ ਵੱਲੋਂ, ਜਿਹੜੇ ਸਰਕਾਰ ਪ੍ਰਤੀ ਚਿੰਤਤ ਹੈ, ਆਪਣੇ ਹੱਕਾਂ ਪ੍ਰਤੀ ਚਿੰਤਤ ਹੈ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਮੁਤਾਬਕ ਜਿਹੜੇ ਕਿ ਜਾਗਰੂਕ ਹੈ। ਗੁਰਦਾਸ ਮਹਾਰਾਜ ਦੀ ਬਾਣੀ ਹੈ, ਮੀਨ ਪਕੜ ਫੰਕਿਓ ਔਰ ਕਾਂਟਿਓ ਰਾਂਦ ਕੀਓ ਬੋਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਵਿਸਰਿਓ ਪਾਣੀ। ਕਹਿੰਦੇ ਜਿਸ ਤਰ੍ਹਾਂ ਗੁਰਦਾਸ ਮਹਾਰਾਜ ਕਹਿੰਦੇ ਵੀ ਹੱਕਾਂ ਪ੍ਰਤੀ ਤੁਹਾਨੂੰ ਕਿਸ ਤਰ੍ਹਾਂ ਦਾ ਜਾਗਰੂਕ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਸ਼ਬਦ ਪੰਜਵੇਂ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਕਹਿੰਦੇ ਮੱਛੀ ਨੂੰ ਵੇਖੋ, ਮੱਛੀ ਪਕੜੀ ਗਈ ਹੈ, ਛਿੱਲ ਦਿੱਤੀ ਗਈ ਹੈ, ਫਾਂਕਿਓ ਲੰਮੇ ਦਾ ਨੂੰ ਕੱਢ ਦਿੱਤਾ, ਕਾਂਟਿਓ ਛੋਟੇ ਛੋਟੇ ਪੀਸ ਕਰ ਦਿੱਤੇ ਹੈ, ਰਾਂਦ ਕੀਓ ਬੋਬਾਨੀ। ਕਹਿੰਦੇ ਫਿਰ ਬੜੀ ਤੇਜ਼ ਅੱਗ ਤੇ ਉਸ ਮੱਛੀ ਨੂੰ ਮਸਾਲੇ ਲਗਾ ਕੇ ਉਸ ਨੂੰ ਤੇਜ਼ ਅੱਗ ਤੇ ਪਕਾਇਆ ਗਿਆ, ਭੁੰਨਿਆ ਗਿਆ ਘਿਓ ਵਿੱਚ ਮਸਾਲੇ ਲਾ ਲਾ ਕੇ। ਗੁਰੂ ਜੀ ਕਹਿੰਦੇ ਫਿਰ ਖੰਡ ਖੰਡ ਕਰ ਭੋਜਨ ਕੀਨੋ, ਕਹਿੰਦੇ ਫਿਰ ਛੋਟਾ ਛੋਟਾ ਕਰਕੇ ਮਹੀਨ ਮਹੀਨ ਖਾ ਕੇ ਤੇ ਉਸ ਨੂੰ ਭੋਜਨ ਕਰ ਲਿਆ ਗਿਆ, ਨਿਗਲ ਲਿਆ ਗਿਆ, ਪੇਟ ਵਿੱਚ ਚਲੀ ਗਈ ਹੈ। ਤੇ ਗੁਰੂ ਜੀ ਦੱਸਦੇ ਤੋ ਨਾ ਬਿਸਰਿਓ ਪਾਣੀ, ਕਹਿੰਦੇ ਪਰ ਉਹ ਫੇਰ ਵੀ ਪਾਣੀ ਨੂੰ ਨਹੀਂ ਭੁੱਲੀ, ਭਾਵ ਕਿ ਜਿਹੜਾ ਉਹਦਾ ਸਮਾਜ ਸੀ, ਜਿਸ ਪਾਣੀ ਦੇ ਵਿੱਚ ਉਹ ਰਹਿੰਦੀ ਸੀ, ਉਸ ਨੂੰ ਨਹੀਂ ਭੁੱਲੀ। ਤੇ ਗੁਰੂ ਰਾਸ ਮਹਾਰਾਜ ਜੀ ਫਰਮਾਨ ਕਰਦੇ ਕਿ ਉਹ ਫਿਰ ਮੱਛੀ ਜਿਹੜੀ ਹੈ ਉਹ ਖਾਧੀ ਹੋਈ, ਜਿਸ ਨੇ ਉਹ ਵਿਅਕਤੀ ਪਾਣੀ ਪੀ ਕੇ ਉਸਦੀ ਇੱਛਾ ਨੂੰ ਪੂਰੀ ਕਰਦਾ। ਹੁਣ ਉਸੇ ਗੱਲ ਤੇ ਆਪਾਂ ਖੜ ਗਏ ਆ ਕਿ ਸਮਾਜ ਦੇ ਪ੍ਰਤੀ ਇਹ ਸਾਡੀ ਭੈਣ ਨੇ ਗੰਡਾਸੀਆਂ ਖਾਧੀਆਂ। ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਕਿਉਂ ਬਾਰ-ਬਾਰ ਅੱਗੇ ਆਈਆਂ, ਕਿਉਂਕਿ ਜੋ ਸੇਵਾ ਸਿੰਘ ਹੈ, ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਮੁਤਾਬਕ ਥੋੜਾ ਜਾਗਰੂਕ ਹੋਇਆ, ਜੋ ਅਮਰੀਕ ਸਿੰਘ ਪ੍ਰਧਾਨ ਹੈ ਮੌਕੇ ਤੇ ਥੋੜਾ ਜਾਗਰੂਕ ਹੋਇਆ, ਉਹਨਾਂ ਨੇ ਕਿਹਾ ਨਾ ਇਹ ਦੋ ਬੰਦੇ ਰਹਿਣ ਦੇਾਂਗੇ ਤੇ ਨਾ ਇਹ ਜ਼ਮੀਨ ਵਾਸਤੇ ਇਹਨਾਂ ਨੂੰ ਕੋਈ ਹੱਕਾਂ ਬਾਰੇ ਦੱਸੇਗਾ, ਨਾ ਕੋਈ ਜ਼ਮੀਨ ਲਏਗਾ। ਇਹਨਾਂ ਦੋ ਨੂੰ ਬਚਾਉਣ ਵਾਸਤੇ ਇਹ ਸਾਡੀਆਂ ਬੀਬੀਆਂ ਅੱਗੇ ਆ ਕੇ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਬਚਾਉਂਦੀਆਂ ਹੋਈਆਂ, ਮੁਕਾਬਲਾ ਕਰਦੀਆਂ ਹੋਈਆਂ, ਸੱਟਾਂ ਖਾਧੀਆਂ। ਉੱਥੇ ਬਾਕੀ ਵੀਰਾਂ ਨੂੰ ਵੀ ਸੱਟਾਂ ਲੱਗੀਆਂ, ਪਰੰਤੂ ਇਹਨਾਂ ਨੇ ਜਦੋਂ 2009-10 ਦੇ ਵਿੱਚ ਇਹ ਆਰੰਭ ਕੀਤਾ ਤੇ ਸਭ ਤੋਂ ਪਹਿਲਾਂ ਜੋ ਤੀਜੇ ਹਿੱਸੇ ਦੀ ਜ਼ਮੀਨ ਬਣਦੀ ਸੀ, ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਦੇ ਮੁਤਾਬਕ, ਐਕਟ ਦੇ ਮੁਤਾਬਕ, ਜੋ ਪਿੰਡ ਦੀ ਜ਼ਮੀਨ ਹੈ, ਜਿਸ ਪਿੰਡ ਦੇ ਵਿੱਚ ਜੇਕਰ ਜਰਨਲ ਕਾਸਟ ਜ਼ਿਆਦਾ ਰਹਿੰਦੀ ਹੈ ਤੇ ਸਾਡੇ ਭਾਈਚਾਰਾ ਘੱਟ ਹੈ ਤੇ ਉਸ ਨੂੰ ਤੀਜਾ ਹਿੱਸਾ ਦਿੱਤਾ ਜਾਂਦਾ ਹੈ। ਕਿਤਨਾ? ਤੀਜਾ ਹਿੱਸਾ ਦਿੱਤਾ ਜਾਂਦਾ ਹੈ। ਲੇਕਿਨ ਬਹੁਤ ਸਾਰੇ ਪਿੰਡ ਇੱਦਾਂ ਦੇ ਜਿੱਥੇ ਸਾਡਾ ਹੀ ਭਾਈਚਾਰਾ ਸਾਰਾ, ਉੱਥੇ ਫਿਰ ਉਹ ਜ਼ਮੀਨ ਕੌਣ ਵਾਹੁੰਦਾ? ਉਹ ਸਾਰਾ ਹੀ ਸਾਡਾ ਭਾਈਚਾਰਾ ਵਾਹੁੰਦਾ। ਉੱਥੇ ਕੋਈ ਬਾਹਰ ਦਾ ਪਿੰਡ ਦਾ ਆ ਕੇ ਉੱਥੇ ਬੋਲੀ ਨਹੀਂ ਦਿੰਦਾ। ਇਸੇ ਤਰ੍ਹਾਂ ਤੁਸੀਂ ਇਸ ਪਿੰਡ ਵਿੱਚ ਵਸਦੇ ਹੋ, ਤੁਸੀਂ ਗਿਣਤੀ ਵਿੱਚ ਜ਼ਿਆਦੇ ਹੋ, 309 ਏਕੜ ਦੀ ਬੋਲੀ ਤੁਸੀਂ ਬਿਨਾਂ ਜਿਹੜਾ ਉਹ ਬੋਲੀ ਦੇ ਰਿਹਾ ਉਹਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ, ਤੁਸੀਂ ਉਸ ਤੋਂ ਵੱਧ ਬੋਲੀ ਦੇ ਕੇ ਲੈ ਸਕਦੇ ਹੋ। 309 ਏਕੜ ਦੇ ਵਿੱਚ ਜਿਹੜੀ 206 ਕਿੱਲੇ ਜ਼ਮੀਨ ਹੈ, ਸੰਵਿਧਾਨ ਇਹ ਕਹਿੰਦਾ ਹੈ ਕਿ ਉਹਨਾਂ ਦੇ ਬਰਾਬਰ ਬੋਲੀ ਦੇ ਸਕਦੇ ਹੋ, ਔਰ ਉਹਨਾਂ ਤੋਂ ਵੱਧ ਕੇ ਬੋਲੀ ਦੇ ਕੇ ਤੁਸੀਂ ਉਹ 206 ਏਕੜ ਵਿੱਚ ਵੀ ਜਿੰਨੀ ਮਰਜ਼ੀ ਵਾਹੁਣ ਵਾਸਤੇ ਲੈ ਸਕਦੇ ਹੋ। ਜਿਹਦੀ ਉੱਚੀ ਬੋਲੀ ਜ਼ਮੀਨ ਉਸ ਦੇ ਨਾਂ ਤੇ DDP ਉਹ ਤੋੜੇਗਾ, ਸਰਕਾਰ ਤੋੜੇਗੀ, ਉਹਦੇ ਵਿੱਚ ਕੋਈ ਜਾਤ ਪਾਤ ਨਹੀਂ। ਲੇਕਿਨ ਜਿਹੜਾ ਤੀਜਾ ਹਿੱਸਾ ਹੈ ਉਹ ਕਿਉਂ ਰੱਖਿਆ ਗਿਆ? ਅਸੀਂ ਉਹਨਾਂ ਦੇ ਬਰਾਬਰ
ਹਜੇ ਨਹੀਂ ਆਏ, ਸਾਡੇ ਕੋਲ ਪੈਸਾ ਸਾਧਨ ਸੋਰਸ ਸਾਡੇ ਕੋਲ ਘੱਟ ਹੈ, ਇਸ ਕਰਕੇ ਜਿਹੜੀ ਉਹ ਬੋਲੀ ਕਰਵਾਈ ਜਾਂਦੀ ਹੈ ਉਹ ਇਕੱਲੇ ਸਾਡੇ ਅਨੁਸੂਚਿਤ ਜਾਤੀ ਜਿਹੜੇ ਹੈ, ਆਦਿ ਧਰਮੀ ਹੈ, ਆਦਿਵਾਸੀ ਹੈ, ਜਿਹੜੇ ਆਪਾਂ ਮੂਲ ਨਿਵਾਸੀ ਆਖਦੇ ਆ, ਉਹਨਾਂ ਦੇ ਵਿੱਚ ਬੋਲੀ ਕੀਤੀ ਜਾਂਦੀ ਹੈ ਤਾਂ ਕਿ ਉਹ ਘੱਟ ਕੀਮਤ ਦੇ ਉੱਤੇ ਆਪਣੇ ਜਿੰਨੇ ਕੁ ਉਹਨਾਂ ਕੋਲ ਰਸੂਖ ਹੁੰਦੇ ਆ, ਸਾਧਨ ਹੁੰਦੇ ਆ, ਉਹਨਾਂ ਮੁਤਾਬਕ ਬੋਲੀ ਤੋੜੀ ਜਾ ਸਕੇ। ਸੋ ਹੁਣ ਦੋ ਗੱਲਾਂ ਹੋ ਗਈਆਂ, ਜਿਨ੍ਹਾਂ ਕੋਲ ਤੁਹਾਡੇ ਕੋਲ ਪੈਸਾ ਹੈ ਤੁਸੀਂ ਜਰਨਲ ਵਿੱਚ ਵੀ ਬੋਲੀ ਦੇ ਸਕਦੇ ਹੋ, ਉਹ 206 ਕਿੱਲਿਆਂ ਵਿੱਚ ਵੀ ਦੇ ਸਕਦੇ ਹੋ। ਇਹ ਧਿਆਨ ਰੱਖੋ, ਇਹ ਨਹੀਂ ਕਿ 206 ਕਿੱਲਿਆਂ 'ਚ ਆਪਾਂ ਬੋਲੀ ਨਹੀਂ ਦੇ ਸਕਦੇ, ਉਹਦੇ ਵਿੱਚ ਤੁਸੀਂ ਜਰਨਲ ਕਾਸਟ ਵਿੱਚ ਉਹਨਾਂ ਤੋਂ ਵੱਧ ਕੇ ਬੋਲੀ ਦੇ ਸਕਦੇ ਹੋ। ਉਹ ਜ਼ਮੀਨ ਸਾਲ ਵਾਸਤੇ ਵਾਹੁਣ ਵਾਸਤੇ ਤੁਸੀਂ ਵੀ ਉਨੇ ਹੀ ਹੱਕਦਾਰ ਹੋ। ਦੂਜੇ ਨੰਬਰ ਤੇ 103 ਕਿੱਲਿਆਂ ਦੇ ਵਿੱਚ ਉਹ ਬੋਲੀ ਨਹੀਂ ਦੇ ਸਕਦੇ। ਹੁਣ ਇਸ ਪਿੰਡ ਦੇ ਵਿੱਚ ਸਾਡੀ ਪਾਪੂਲੇਸ਼ਨ ਜ਼ਿਆਦਾ ਹੈ, ਸਾਡੀ ਆਬਾਦੀ ਜ਼ਿਆਦਾ ਹੈ, ਅਸੀਂ ਸਾਰੀ ਦੀ ਵੀ ਬੋਲੀ ਦੇ ਸਕਦੇ ਹਾਂ, ਬਸ਼ਰਤੇ ਕਿ 200 ਜਿਹੜੀ 6 ਕਿੱਲੇ ਆ ਉਹਦੀ ਬੋਲੀ ਉਹਨਾਂ ਦੇ ਬਰਾਬਰ ਦੇਣੀ ਪੈਣੀ, ਉਹਨਾਂ ਤੋਂ ਸਾਨੂੰ ਕੁਝ 150 ਵੱਧ ਲਾਉਣਾ ਪੈਣਾ ਤਾਂ ਆਪਣੇ ਨਾਂ ਤੇ ਬੋਲੀ ਟੁੱਟੇਗੀ। ਉਹ ਬੋਲੀ ਸਾਡੇ ਹੈ ਜੋ 103 ਕਿੱਲੇ ਉਹਨਾਂ ਵਿੱਚ ਨਹੀਂ ਦੇ ਸਕਦੇ। ਤੁਸੀਂ ਉਸ ਦੇ ਵਾਸਤੇ ਕੇਸ ਲੜਿਆ ਕਈ ਸਾਲਾਂ ਤੋਂ, ਕਈ ਦਸ਼ਕਾਂ ਤੋਂ, ਉਹ ਐਵੇਂ ਹੀ ਖਾਈ ਜਾਂਦੇ ਸੀ। ਤੁਸੀਂ ਸਰਕਾਰ ਦਾ ਵੀ ਫਾਇਦਾ ਕੀਤਾ ਔਰ ਉਸ ਦੇ ਵਿੱਚ 12 ਸਤੰਬਰ 2017 ਨੂੰ ਜੋ ਹਾਈ ਕੋਰਟ, ਮਾਨਯੋਗ ਹਾਈ ਕੋਰਟ ਹੈ, ਜਿਨ੍ਹਾਂ ਦੇ ਜੋ ਜੱਜ ਸਾਹਿਬ ਹੈ, ਉਹਨਾਂ ਨੇ ਫੈਸਲਾ ਦਿੱਤਾ ਕਿ 1/3 ਹਿੱਸਾ ਜਿਹੜਾ ਹੈ ਉਸ ਦੀ ਬੋਲੀ ਜਿਹੜੀ ਹੈ, ਜੋ ਐਕਟ ਹੈ ਸਾਡਾ ਭਾਰਤ ਦਾ, SC ST ਨੂੰ ਜੋ ਹੱਕ ਮਿਲਦਾ ਉਹਦੇ ਮੁਤਾਬਕ ਬੋਲੀ ਕਰਵਾਈ ਜਾਵੇ। ਇਹ ਕਦੋਂ? 12 ਸਤੰਬਰ 2017 ਨੂੰ ਆਰਡਰ ਕੀਤਾ, ਭਾਵ ਕਿ 12/9/2017 ਨੂੰ। ਔਰ ਜੱਜ ਨੇ ਇਸ ਦੇ ਵਿੱਚ ਲਿਖਿਆ ਕਿ ਇਹ ਜਿਹੜਾ ਆਰਡਰ ਹੈ ਇਸ ਦੇ ਵਿੱਚ ਲਿਖ ਦਿੱਤਾ ਉਹਨਾਂ ਨੇ, ਆਪਾਂ ਭਾਵੇਂ ਅੱਜ ਕੋਡ ਆਫ ਕੰਡਕਟ ਵੀ ਲੱਗਦਾ ਉਹਨਾਂ ਤੇ, ਮਾਨਹਾਨੀ ਦਾ ਵੀ ਲੱਗਦਾ ਹੈ, ਜੱਜ ਨੇ ਲਿਖਿਆ ਕਿ ਵਿਲੇਜ ਵੁਲੜ to the extent of it is to be used for agricultural land। ਭਾਵ ਕਿ ਮੈਂ ਸਾਰਾ ਨਹੀਂ ਪੜ੍ਹ ਰਿਹਾ, ਇਹਦੇ ਚੋਂ ਵੀ ਲਿਖਿਆ ਵੀ ਜਿਹੜੀ ਤੁਹਾਡੇ ਪਿੰਡ ਦੀ ਜ਼ਮੀਨ ਹੈ ਦੁੱਲੜ ਦੀ, ਉਹਨੂੰ ਐਗਰੀਕਲਚਰ ਲੈਂਡ ਵਾਸਤੇ ਯੂਜ਼ ਕੀਤਾ ਜਾਵੇ। be leased out in accordance with the rule law as early as possible। ਕਹਿੰਦੇ ਇਹਦੇ ਉੱਤੇ ਜਿਹੜੀ ਇਹ ਲੀਜ਼ ਹੈ ਇਹਦੇ ਉੱਤੇ ਜਿੰਨੀ ਜਲਦੀ ਹੋ ਸਕੇ ਇਹ ਗਵਰਨਮੈਂਟ ਦੇ ਲਾਅ ਦੇ ਮੁਤਾਬਕ ਇਹਨੂੰ ਸ਼ੁਰੂ ਕੀਤਾ ਜਾਵੇ ਕਿਸੇ ਵੀ ਸੂਰਤ ਵਿੱਚ, ਬਟ ਨਾਟ ਲੇਟਰ ਦੈਨ, ਕਹਿੰਦੇ ਕਿਸੇ ਵੀ ਸੂਰਤ ਵਿੱਚ ਲੇਟ ਨਾ ਕੀਤਾ ਜਾਵੇ। ਕਦੋਂ ਤੋਂ? 1 ਮਹੀਨਾ। ਆਹ ਜਿਹੜਾ ਆਰਡਰ ਆਇਆ ਇਹਦਾ ਸਰਟੀਫਾਈ ਕਾਪੀ ਲੈਣ ਤੋਂ 1 ਮਹੀਨੇ ਤੋਂ ਲੇਟ ਨਾ ਕੀਤਾ ਜਾਵੇ। ਭਾਵ ਕਿ ਤੁਹਾਨੂੰ 2017 ਦਾ ਆਰਡਰ ਸੀ, 2017 ਦੇ ਵਿੱਚ ਜ਼ਮੀਨ ਦਾ ਇਹ ਤੁਹਾਡਾ ਲਾਗੂ ਹੋ ਜਾਣਾ ਚਾਹੀਦਾ ਸੀ। ਇਹ ਮਾਣਯੋਗ ਅਦਾਲਤ ਨੂੰ ਵੀ ਗੁੰਮਰਾਹ ਕੀਤਾ ਗਿਆ ਉਹਨਾਂ ਕਾਬਜ਼ਧਾਰੀ ਲੋਕਾਂ ਵੱਲੋਂ। ਉਸ ਤੋਂ ਬਾਅਦ ਅਗਲਾ ਕੇਸ ਹੈ, ਇਸ ਦੇ ਵਿੱਚ ਇਹ ਕੀਤਾ ਗਿਆ ਜਿਹੜਾ ਕਿ ਇਹ 6/7/2021 ਦਾ ਫੈਸਲਾ ਹੈ। ਇਹ ਫੈਸਲਾ ਬਾ ਅਦਾਲਤ ਸੁਰਿੰਦਰ ਸਿੰਘ ਢਿੱਲੋਂ, ਕਲੈਕਟਰ ਪੰਚਾਇਤ ਲੈਂਡ DDPO ਪਟਿਆਲਾ, ਉਹਦੇ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ। ਗ੍ਰਾਮ ਪੰਚਾਇਤ ਦੁੱਲੜ, ਬਲਾਕ ਸਮਾਣਾ, ਜ਼ਿਲ੍ਹਾ ਪਟਿਆਲਾ ਰਾਹੀਂ ਸ਼੍ਰੀਮਤੀ ਜਸਵੀਰ ਕੌਰ ਸਰਪੰਚ ਨੂੰ ਕੀ ਲਿਖਿਆ ਕਿ ਬਨਾਮ ਗੁਰਦੀਪ ਸਿੰਘ ਪੁੱਤਰ ਸ਼੍ਰੀ ਬਲਦੇਵ ਸਿੰਘ, ਸੰਦੀਪ ਸਿੰਘ ਪੁੱਤਰ ਸ਼੍ਰੀ ਗੁਰਦੀਪ ਸਿੰਘ, ਹਰਬੰਸ ਸਿੰਘ ਪੁੱਤਰ ਸ਼੍ਰੀ ਜੋਗਿੰਦਰ ਸਿੰਘ ਵਗੈਰਾ ਸਮਾਣਾ ਦੇ ਵਾਸੀ ਹੈ। ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜੀ ਤੁਸੀਂ ਜ਼ਮੀਨ ਇਹ ਬਿਨਾਂ ਸਰਕਾਰ ਨੂੰ ਪੈਸੇ ਦਿੱਤਿਆਂ ਜਿਹੜਾ ਤੁਸੀਂ ਇਹਨੂੰ ਵਾਹੀ ਜਾਂਦੇ ਹੋ, ਤੁਸੀਂ ਸਰਕਾਰ ਨੂੰ ਕਿੰਨੇ ਪੈਸੇ ਦੇਣੇ ਹੈ? ਇਹ 6ਵੇਂ ਮਹੀਨੇ ਦੀ 7ਵੇਂ ਮਹੀਨੇ ਦੀ 6 ਤਰੀਕ ਨੂੰ ਫੈਸਲਾ ਆਇਆ 2021 ਇਸੇ ਸਾਲ, ਹੁਣ ਤੋਂ ਕੋਈ 3-4 ਮਹੀਨੇ ਪਹਿਲਾਂ। ਤੇ ਕਿੰਨੇ ਪੈਸੇ ਦੇਣੇ ਹੈ? 6 ਕਰੋੜ 24 ਲੱਖ ਰੁਪਇਆ ਜਿਹੜਾ ਉਹ ਕਾਨੂੰਨਨ ਉਹਨਾਂ ਤੋਂ ਇਹਨਾਂ ਬੰਦਿਆਂ ਤੋਂ ਵਸੀਲਿਆ ਜਾਣਾ ਜਿਨ੍ਹਾਂ ਤੋਂ ਆਪਾਂ ਨਾਮ ਲਿਆ। ਇਹ ਅਦਾਲਤ ਨੇ ਫੈਸਲਾ ਦਿੱਤਾ 6 ਕਰੋੜ 24 ਲੱਖ ਰੁਪਈਆ ਇਹ ਜਿਹੜਾ ਹੈਗਾ ਸਰਕਾਰ ਨੂੰ ਦੇਣਾ ਬਣਦਾ ਹੈ। ਔਰ ਇਹ ਅਦਾਲਤ ਨੇ ਫੈਸਲਾ ਦੇ ਦਿੱਤਾ 7ਵੇਂ ਮਹੀਨੇ 6 ਤਰੀਕ ਨੂੰ। ਆਪਾਂ ਵੱਡੇ ਨਹੀਂ, ਅਦਾਲਤ ਵੱਡੀ ਹੈ, ਕਾਨੂੰਨ ਵੱਡਾ ਹੈ। ਉਹਨਾਂ ਨੇ ਜਦੋਂ ਕਾਨੂੰਨ ਦੀ ਨਹੀਂ ਪਰਵਾਹ ਕੀਤੀ ਤੇ ਉਹਨਾਂ ਨੇ ਸਾਡੇ ਜਿਹਨਾਂ ਨੂੰ ਆਪਾਂ ਸ਼ੂਦਰ ਕਿਹਾ ਜਾਂਦਾ ਇਹਨਾਂ ਦੀ ਕੀ ਪਰਵਾਹ ਕਰਨੀ ਸੀ। ਭਾਵ ਕਿ ਕਾਨੂੰਨ ਨੂੰ ਉਹਨਾਂ ਨੇ ਨਹੀਂ ਮੰਨਿਆ, ਕਾਨੂੰਨ ਨੂੰ ਅਸੀਂ ਮੰਨਦੇ ਹਾਂ। ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਅਤੇ ਉਹਨਾਂ ਵੱਲੋਂ ਬਣਾਏ ਸੰਵਿਧਾਨ ਨੂੰ ਆਪਾਂ ਮੰਨਦੇ ਹਾਂ, ਪਰ ਇਹ ਨਹੀਂ ਕਿ ਸਾਡੇ ਘਰੇ ਆ ਕੇ ਕੋਈ, ਇਹ ਵੀ ਸੰਵਿਧਾਨ ਦੇ ਵਿੱਚ ਲਿਖਿਆ ਹੈ, ਜੇਕਰ ਕੋਈ ਸਾਡੇ ਘਰੇ ਆ ਕੇ ਹਮਲਾ ਕਰਦਾ ਹੈ, ਸਾਡੀ ਜ਼ਮੀਨ ਦੇ ਵਿੱਚ ਆ ਕੇ ਹਮਲਾ ਕਰਦਾ ਹੈ, ਸਾਡੀ ਹੱਦ ਦੇ ਅੰਦਰ ਆ ਕੇ ਹਮਲਾ ਕਰਦਾ ਹੈ, ਤਾਂ ਫਿਰ ਉਹ ਦੋਸ਼ੀ ਉਹ ਹੈ, ਉਸ ਨੂੰ ਪਕੜ ਕੇ ਸਜ਼ਾ ਦੇਣਾ ਵੀ ਤੁਹਾਡਾ, ਆਪਣੀ ਰੱਖਿਆ ਕਰਨਾ ਵੀ, ਆਪਣੀ ਡਿਫੈਂਸ ਕਰਨਾ ਵੀ ਤੁਹਾਡਾ ਇਹ ਹੱਕ ਹੈ, ਆਪਣੇ ਆਪ ਨੂੰ ਬਚਾਉਣਾ ਵੀ ਇਹ ਹੱਕ ਹੈ। ਸੋ ਇਸ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਔਰ ਅੱਜ ਭਾਵ ਕਿ ਸਾਨੂੰ ਇਹ ਸਾਰੀ ਜਾਣਕਾਰੀ ਮਿਲੀ ਹੈ। ਅਸੀਂ ਅੱਜ SC ਕਮਿਸ਼ਨ ਮਾਨਯੋਗ ਚੇਅਰਪਰਸਨ ਭਾਵ ਕਿ ਚੇਅਰਮੈਨ ਜੋ ਅਨੁਸੂਚਿਤ ਜਾਤੀਆਂ ਚੰਡੀਗੜ੍ਹ ਵਿੱਚ ਹੈ ਉਹਨਾਂ ਨੂੰ
ये जो आज एक एप्लीकेशन लगवा दी गई है और ये एप्लीकेशन जो है एक एससी कमीशन जा रही है। एक केस की कापी जी है वो ऑल इंडिया आर्तर मिशन आएगी और इस केस के ऑल इंडिया आर्तर मिशन जो कि हैड ऑफ अजकल श्री चरण शोभना सचखंड कुरालगढ़ विखे है उत्थों बैठ के वाडे नाल मिल के ये जो अज आप आए हैं गुरदास महाराज की बाणी के अनुसार गुरु नानक देव महाराज की बाणी के अनुसार आप गुरुओं की बाणी के अनुसार आप सारे ने मिलकर चलना है और आप कोई गैर कानूनी काम नहीं करना। आप किसी दी जाके किसी दे मगर लग के कदे भी किसी मंत्री दी या मुख मंत्री दी या अदालत दी या थाने का घराव नहीं करना। क्यों नहीं करना? क्योंकि आप आपस में पहला सलाह मशवरा कर लेना कि इस सानू फायदे की है सानू नुकसान की है। असी फिर भी उतने पढ़े लिखे ना होने करके आप गुमराह हो जाते हैं मगर लग जाते हैं तो फिर उसका जो खमियाजा वो भुगतते हैं। तो इस करके बाबा साहब डॉक्टर अंबेडकर जी के संविधान के रह के मैनू पूर्ण यकीन है कि जिसने आ फैसलियां की अदालत की परवाह नहीं की वो एक दिन जरूर जेल के अंदर जाएगा। पर जाएगा कदों? जदों आप सारे इकट्ठे रहांगे गुरुओं के सिद्धांत के मुताबिक चलांगे अपने आप को शांत रख के। वेखो किसान अज बैठा है कित्थे बैठा है जाके दिल्ली कितना चिर हो गया किन्ने चिर दे इंतजार कर रहे हैं वो भी इंतजार कर रहे हैं आप भी इंतजार कर रहे हैं। लेकिन जिहड़ा दूसरे का हक मारदा है वो सारी जात माड़ी नहीं ते साडे विच सारे जिहड़ी असी जात नूं बिलोंग करते हैं जिस धर्म नूं असी बिलोंग करते हैं साडे विच भी सारे चंगे नहीं चंगे कुछ माड़े व्यक्ति हरेक धर्म विच हरेक पिंड विच हरेक जाति विच हुंदे आ उन्हां तों बच के रहना और आपां अपना हक जिहड़ा ये लैके रहना। जितनी देर आपां नूं हक नहीं मिलता उतनी देर आपां संघर्ष जारी रखना है और मैनूं पूर्ण उम्मीद है कि तुसीं मिल के चलोगे सारे साथ नाल चलोगे। एक कापी जी है वो एससी कमीशन भेजी जा रही है एक कापी ऑल इंडिया आर्तर मिशन भेजी जा रही है जिसकी कार्रवाई आप मिल के करांगे। और जेकर तुहानूं किसी तरह का कोई अज असीं सरकार तो ये मंग करते हैं और प्रशासन तो ये मंग करते हैं कि पिंड दे विच जो सहम का माहौल बनया हुआ है पिंड दे विच जो डर का माहौल बनाया गया है वो उसनूं खत्म करने वास्ते इस पिंड दे विच जो है सिक्योरिटी का जो सुरक्षा का समूचा प्रबंध किया जाए और जो सेवा सिंह है और जो प्रधान है साडे सरदार अमरीक सिंह जी इन्हां दे वास्ते धमकियां आ रही हैं इन्हां नूं जानों मारन की गल कही जा रही है। असीं सरकार नूं भी और प्रशासन नूं भी ये सुचेत कर रहे हैं और ये संदेश भी दे रहे हैं कि इन्हां नूं बचाउणा इन्हां दी रक्षा करना सरकार का मुढ़ला फर्ज है प्रशासन का मुढ़ला फर्ज है। आपां समाज दे विच वंडियां नहीं पाउणियां सरकार नूं बेनती है कि इन्हां दी सुरक्षा जिहड़ी है वो यकीनी बनाई जाए। अगर कल नूं कुछ हुंदा है तो फिर जिम्मेवार जो है वो प्रशासन है वो मौके की सरकार है। इन्हां शब्दों के नाल मैं साध संगत जी आप जी नूं सारिआं नूं अज इस जो दुख की घड़ी है जो ये सट्टां लगियां जो कुछ भी होया इस दे विच जो भी तुसीं सानूं कोई ऑल इंडिया आर्तर मिशन नूं श्री चरण शोभना सचखंड कुरालगढ़ साहिब नूं जो भी सेवा लाओगे वो तुहाडा ही स्थान है तुहाडे वास्ते ही है। उत्थों जो कुछ भी तुहानूं चाहीदा है वो गोलक दे विचों प्रोवाइड कराया जाएगा मुहैया कराया जाएगा। जय गुरुदेव धन गुरुदेव बोले सो निरभय सतगुरु नाम।